ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਦਾ ਜੋ ਦਿਹਾੜਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ। ਸਮੂਹ ਸਾਧ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਹਿਲਾ ਪ੍ਰਕਾਸ਼ ਹੈ ਇਹ ਕਿਸ ਤਰ੍ਹਾਂ ਹੋਇਆ ਹੈ, ਇਸ ਦੇ ਬਾਰੇ ਆਪਾਂ ਨੇ ਵਿਸਥਾਰ ਪੂਰਵਕ ਵਿਚਾਰ ਸਾਂਝੀ ਕਰਨੀ ਹੈ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਜੋਤ ਜਗਾ ਰਹੇ ਹਨ। ਸਤਿਗੁਰ ਮਹਾਰਾਜ ਜੀ ਦੇ ਆਪਣੇ ਮਨ ਦੇ ਵਿੱਚ ਵਿਚਾਰ ਆਈ ਕਿ ਜੋ ਪਹਿਲੇ ਸਤਿਗੁਰਾਂ ਦੀ, ਪਹਿਲੇ 4 ਗੁਰੂਆਂ ਦੀ ਬਾਣੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਇਹਨਾਂ ਦੀ ਬਾਣੀ ਗੋਇੰਦਵਾਲ ਸਾਹਿਬ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਸਪੁੱਤਰ ਸਨ ਬਾਬਾ ਮੋਹਨ ਜੀ, ਉਹਨਾਂ ਦੇ ਪਾਸ ਪੋਥੀਆਂ ਦੇ ਰੂਪ ਵਿੱਚ ਪਈ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਉਹ ਸਾਰੀ ਬਾਣੀ ਨੂੰ ਇਕੱਤਰ ਕਰਕੇ ਅਤੇ ਉਸ ਨੂੰ ਇੱਕ ਜਗ੍ਹਾ ਉੱਪਰ ਦਰਜ ਕੀਤਾ ਜਾਵੇ ਅਤੇ ਇੱਕ ਗ੍ਰੰਥ ਦਾ ਰੂਪ ਦਿੱਤਾ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹੋਰ ਗੁਰਸਿੱਖਾਂ ਨੇ ਵੀ ਬੇਨਤੀਆਂ ਕੀਤੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਪਿਰਥੀ ਚੰਦ ਹੈ ਅਤੇ ਮਿਹਰਬਾਨ ਹੈ, ਇਹ ਇੱਕ ਕਵਿਤਾ ਦੇ ਰੂਪ ਵਿੱਚ ਬਾਣੀ ਉਚਾਰਨ ਕਰਦੇ ਹਨ ਅਤੇ ਉਸ ਕਵਿਤਾ ਦੇ ਅਖੀਰ ਵਿੱਚ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਵਰਤਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੀ ਬਾਣੀ ਅਤੇ ਔਰ ਤੁਰਕੀ ਬਾਣੀ, ਇਸ ਵਿੱਚ ਆਪਸ ਵਿੱਚ ਰਲ ਗੱਡ ਹੋ ਜਾਣਾ ਹੈ। ਸੋ ਬਹੁਤ ਜ਼ਿਆਦਾ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਕਿ ਤੁਰਕੀ ਬਾਣੀ ਕਿਹੜੀ ਹੈ, ਕਿ ਜਿਹੜੀ ਆਮ ਇੱਕ ਕਵੀਆਂ ਦੀ ਰਚੀ ਹੋਈ ਬਾਣੀ ਹੈ ਉਹ ਕਿਹੜੀ ਹੈ। ਸੋ ਇਸ ਕਰਕੇ ਸਿੱਖਾਂ ਨੂੰ ਮਹਾਰਾਜ ਜੀ ਕੁਝ ਪਤਾ ਨਹੀਂ ਲੱਗੇਗਾ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਅਤੇ ਬਾਣੀ ਨੂੰ ਇਕੱਤਰ ਕਰੋ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਮਹਾਰਾਜ ਜੀ ਤੱਕ, ਔਰ ਜੋ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ, ਇਹ ਸਾਰੀ ਬਾਣੀ ਦੀ ਆਪ ਜੀ ਕਿਰਪਾ ਕਰਕੇ ਸੰਭਾਲ ਕਰੋ ਔਰ ਇਸ ਨੂੰ ਇੱਕ ਜਗ੍ਹਾ ਉੱਪਰ ਦਰਜ ਕਰੋ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ। ਸੋ ਐਸੀ ਜੋ ਬੇਨਤੀ ਗੁਰਸਿੱਖਾਂ ਨੇ ਕੀਤੀ ਹੈ ਅਤੇ ਤਾਂ ਕਰਕੇ ਜੀਵਾਂ ਦਾ ਕਲਿਆਣ ਹੋ ਸਕੇ, ਗੁਰਬਾਣੀ ਇੱਕ ਜਗ੍ਹਾ ਉੱਪਰ ਇਕੱਤਰ ਹੋ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਭਾਈ ਸਭ ਤੋਂ ਪਹਿਲਾਂ ਤਾਂ ਇਸ ਕਾਰਜ ਦੀ ਸਫਲਤਾ ਵਾਸਤੇ ਆਪਾਂ ਨੂੰ ਗੋਇੰਦਵਾਲ ਸਾਹਿਬ ਜਾਣਾ ਪਏਗਾ। ਗੋਇੰਦਵਾਲ ਸਾਹਿਬ ਜਾ ਕੇ ਪਹਿਲੇ 4 ਗੁਰੂਆਂ ਦੀ ਬਾਣੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਉੱਪਰ ਲਿਆਉਣਾ ਪਏਗਾ, ਤਾਂ ਕਰਕੇ ਇਹ ਸ਼ੁਭ ਕਾਰਜ ਆਰੰਭ ਹੋ ਸਕੇ। ਸੋ ਇਹ ਸਤਿਗੁਰ ਮਹਾਰਾਜ ਜੀ ਨੇ ਬਚਨ ਕੀਤੇ ਅਤੇ ਭਾਈ ਗੁਰਦਾਸ ਜੀ ਸੱਚੇ ਪਾਤਸ਼ਾਹ ਨੂੰ ਬੇਨਤੀ ਲੱਗੇ ਕਰਨ, ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ, ਮੈਂ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਜਾ ਕਰਕੇ ਅਤੇ ਪਹਿਲੇ ਗੁਰੂਆਂ ਦੀ ਬਾਣੀ ਨੂੰ ਮੈਂ ਲੈ ਕਰਕੇ ਆਉਂਦਾ ਹਾਂ। ਸੋ ਭਾਈ ਗੁਰਦਾਸ ਜੀ ਜਦੋਂ ਗਏ ਤਾਂ ਬਾਬਾ ਮੋਹਨ ਜੀ ਜੋ ਕਿ ਚੁਬਾਰੇ ਵਿੱਚ ਸੁਭਾਏਮਾਨ ਸਨ ਔਰ ਸਮਾਧੀ ਵਿੱਚ ਬੈਠੇ ਸਨ, ਇਹਨਾਂ ਨੇ ਦਰਵਾਜ਼ਾ ਖਟਖਟਾਇਆ, ਪਰ ਬਾਬਾ ਮੋਹਨ ਜੀ ਸਮਾਧੀ ਵਿੱਚ ਹੋਣ ਕਰਕੇ ਉਹਨਾਂ ਨੇ ਕੋਈ ਦਰਵਾਜ਼ਾ ਨਹੀਂ ਖੋਲ੍ਹਿਆ। ਸੋ ਇਸ ਤਰ੍ਹਾਂ ਕਰਕੇ ਭਾਈ ਗੁਰਦਾਸ ਜੀ ਫਿਰ ਵਾਪਸ ਆ ਗਏ। ਜਾਣੀ ਗੁਰੂ ਗ੍ਰੰਥ ਸਾਹਿਬ ਦੀਆਂ ਜੋ ਜਾਣੀ ਗੁਰਬਾਣੀ ਦੀਆਂ ਪੋਥੀਆਂ ਸਨ ਉਹ ਭਾਈ ਗੁਰਦਾਸ ਜੀ ਨੂੰ ਨਹੀਂ ਮਿਲੀਆਂ। ਸੋ ਉਸ ਤੋਂ ਉਪਰੰਤ ਬਾਬਾ ਬੁੱਢਾ ਜੀ ਨੇ ਆਖਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ, ਮੈਂ ਗੁਰਬਾਣੀ ਦੀਆਂ ਪੋਥੀਆਂ ਨੂੰ ਲੈ ਕਰਕੇ ਆਉਂਦਾ ਹਾਂ। ਸੋ ਬਾਬਾ ਬੁੱਢਾ ਜੀ ਜਦੋਂ ਗਏ ਤਾਂ ਉਹਨਾਂ ਨੇ ਵੀ ਦਰਵਾਜ਼ਾ ਖੜਕਾਇਆ ਅਤੇ ਜਦੋਂ ਬਾਬਾ ਮੋਹਨ ਜੀ ਵੱਲੋਂ ਕੋਈ ਆਵਾਜ਼ ਨਾ ਆਈ ਤਾਂ ਇਹਨਾਂ ਨੇ ਚੁਗਾਠ ਨੂੰ ਪੱਟ ਕੇ ਅੰਦਰ ਚਲੇ ਗਏ। ਹਿਲਾਉਣਾ ਕੀਤਾ ਤਾਂ ਵੀ ਉਹਨਾਂ ਦੀ ਸਮਾਧੀ ਨਹੀਂ ਖੁੱਲ੍ਹੀ। ਸੋ ਜਾਣੀ ਇਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਨਹੀਂ ਪ੍ਰਾਪਤ ਹੋਈਆਂ। ਤੋ ਇਸ ਤਰ੍ਹਾਂ ਕਰਕੇ ਬਾਬਾ ਬੁੱਢਾ ਜੀ ਵੀ ਫਿਰ ਇਸੇ ਤਰ੍ਹਾਂ ਹੀ ਖਾਲੀ ਹੱਥ ਆ ਗਏ। ਤਾਂ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹੁਣ ਆਪ ਜੀ ਕਿਰਪਾ ਕਰੋ, ਆਪ ਹੀ ਇਹਨਾਂ ਪੋਥੀਆਂ ਨੂੰ ਲੈਣ ਜਾਓ। ਸੋ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ
ਸੰਗਤਾਂ ਦੇ ਉੱਪਰ ਪਰਉਪਕਾਰ ਕਰਨ ਵਾਸਤੇ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਗਏ। ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਾ ਮੋਹਨ ਜੀ ਦਾ ਜੋ ਚੁਬਾਰਾ ਸੀ ਉਸ ਦੇ ਵਿੱਚ ਜੋ ਗਲੀ ਸੀ, ਗਲੀ ਵਿੱਚ ਹੀ ਮਹਾਰਾਜ ਜੀ ਨੇ ਬੈਠ ਕੇ ਕੀਰਤਨ ਆਰੰਭ ਕਰ ਦਿੱਤਾ। ਗੌੜੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਸੋ ਇਸ ਤਰ੍ਹਾਂ ਕਰਕੇ ਬਾਣੀ ਸੱਚੇ ਪਾਤਸ਼ਾਹ ਮਹਾਰਾਜ ਜੀ ਗਾਇਨ ਕਰਦੇ ਹਨ। ਸੋ ਬਾਣੀ ਦੀਆਂ ਮਿੱਠੀਆਂ ਧੁਨਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਆਲਾਪ ਰਹੇ ਹਨ। ਸੋ ਬਾਣੀ ਦੀ ਆਵਾਜ਼ ਸੁਣ ਕਰਕੇ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਜਾਂਦੀ ਹੈ। ਖਿੜਕੀ ਰਾਹੀਂ ਦੇਖਦੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਚੱਲ ਕੇ ਆਏ ਹਨ। ਸਮਝ ਗਏ ਇਹ ਕਿਉਂ ਆਏ ਹਨ, ਇਹ ਪੋਥੀਆਂ ਲੈਣ ਵਾਸਤੇ ਆਏ ਹਨ। ਤਾਂ ਬਾਬਾ ਮੋਹਨ ਜੀ ਨੇ ਆਪਣੀਆਂ ਭੁੱਲਾਂ ਵੀ ਬਖਸ਼ਾਉਣੀਆਂ ਸਨ, ਕਿਉਂਕਿ ਬਾਬਾ ਮੋਹਨ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਨਹੀਂ ਲੱਗੇ ਸਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਕਿ ਆਪ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਮੰਨੋ ਔਰ ਇਹਨਾਂ ਦੇ ਚਰਨਾਂ ਉੱਪਰ ਆਪਣਾ ਸੀਸ ਰੱਖੋ। ਉਸ ਸਮੇਂ ਬਾਬਾ ਮੋਹਨ ਜੀ ਇਹਨਾਂ ਦੇ ਚਰਨਾਂ ਦੇ ਉੱਪਰ ਸੀਸ ਨਹੀਂ ਰੱਖਿਆ ਸੀ, ਇਸ ਕਰਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀ। ਸੋ ਉਹਨਾਂ ਨੇ ਸਮਾਂ ਵਿਚਾਰਿਆ ਕਿ ਹੁਣ ਉਹਨਾਂ ਦੇ ਜਿਹੜੇ ਸਪੁੱਤਰ ਨੇ ਇਹ ਗੁਰੂ ਰੂਪ ਵਿੱਚ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ 4 ਗੁਰੂਆਂ ਦੀ ਇਹ ਪ੍ਰਤੱਖ ਮੂਰਤ ਹਨ, ਅਤੇ ਹੁਣ ਮੈਂ ਇਹਨਾਂ ਦੇ ਚਰਨੀ ਸੀਸ ਰੱਖ ਕੇ ਮੈਂ ਆਪਣੀ ਖਿਮਾ ਬਖਸ਼ਾਊਂਗਾ, ਅਤੇ ਨਾਲੇ ਮੈਂ ਇਹਨਾਂ ਨੂੰ ਜੋ ਪੋਥੀਆਂ ਲੈਣ ਵਾਸਤੇ ਆਏ ਹਨ ਮੈਂ ਇਹਨਾਂ ਨੂੰ ਦੇ ਦੇਵਾਂਗਾ। ਸੋ ਇਸੇ ਤਰ੍ਹਾਂ ਹੀ ਕੀਤਾ। ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਉੱਪਰ ਸੀਸ ਰੱਖਿਆ, ਅਤੇ ਜੋ 4 ਪੋਥੀਆਂ ਸਨ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਦਿੱਤੀਆਂ ਸਨ। ਸੋ ਇਸ ਤਰ੍ਹਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰਿਆ ਕਿ ਪੋਥੀਆਂ ਪਾਵਨ ਪਵਿੱਤਰ ਗੁਰਬਾਣੀ ਹੈ, ਜੋ ਪਰਮੇਸ਼ਰ ਸਰੂਪ ਗੁਰਬਾਣੀ ਹੈ। ਇਸ ਬਾਣੀ ਨੂੰ ਇਸ ਤਰ੍ਹਾਂ ਨਹੀਂ ਅਸੀਂ ਲੈ ਕਰਕੇ ਜਾਣਾ, ਅਤੇ ਉਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸੇਵਕਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਪਾਲਕੀ ਤਿਆਰ ਕੀਤੀ ਜਾਵੇ। ਸੋ ਮਹਾਰਾਜ ਦੇ ਹੁਕਮਾਂ ਅਨੁਸਾਰ ਪਾਲਕੀ ਤਿਆਰ ਕੀਤੀ ਗਈ। ਪਾਲਕੀ ਦੇ ਵਿੱਚ ਪਹਿਲੇ 4 ਗੁਰੂਆਂ ਦੀ ਜੋ ਬਾਣੀ ਸੀ ਪੋਥੀਆਂ ਦੇ ਰੂਪ ਵਿੱਚ ਉਸ ਨੂੰ ਸੁਭਾਇਮਾਨ ਕੀਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਨੰਗੇ ਪੈਰੀਂ ਚੌਰ ਕਰਦੇ ਹੋਏ ਉਹਨਾਂ ਪੋਥੀਆਂ ਨੂੰ ਲੈ ਕਰਕੇ ਆਉਣ ਲੱਗੇ। ਤਾਂ ਸਿੱਖਾਂ ਨੇ ਆਖਿਆ ਮਹਾਰਾਜ ਜੀ ਅਸੀਂ ਆਪ ਜੀ ਵਾਸਤੇ ਵੀ ਪਾਲਕੀ ਤਿਆਰ ਕਰਵਾ ਲੈਂਦੇ ਹਾਂ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਨ੍ਹਾ ਕਰ ਦਿੱਤਾ ਕਿ ਨਹੀਂ ਭਾਈ, ਗੁਰਬਾਣੀ ਦੇ ਸਤਿਕਾਰ ਵਜੋਂ ਸਾਨੂੰ ਨੰਗੇ ਚਰਨੀ ਚੌਰ ਕਰਦੇ ਹੀ ਜਾਣਾ ਚਾਹੀਦਾ ਹੈ। ਸੋ ਸਾਨੂੰ ਕਿਸੇ ਕੋਈ ਬੱਘੀ ਰੱਥ ਵਗੈਰਾ ਜਾਂ ਪਾਲਕੀ ਵਿੱਚ ਸਾਨੂੰ ਨਹੀਂ ਜਾਣਾ ਚਾਹੀਦਾ। ਸੋ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੂਰਨੇ ਪਾ ਕੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਤੁਸੀਂ ਵੀ ਨੰਗੇ ਪੈਰੀਂ ਚੱਲ ਕੇ ਗੁਰੂ ਸਾਹਿਬ ਦਾ ਪੂਰਾ ਸਤਿਕਾਰ ਕਰਕੇ ਚੌਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਪਣੇ ਨਗਰ ਖੇੜਿਆਂ ਵਿੱਚ ਲੈ ਕਰਕੇ ਜਾਇਆ ਕਰੋ ਜੀ। ਇਹ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸਿੱਖਿਆ ਮਿਲਦੀ ਹੈ। ਸੋ ਇਸ ਤਰ੍ਹਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜੋ ਸੈਂਚੀਆਂ ਸਨ ਉਹਨਾਂ ਨੂੰ ਲੈ ਕਰਕੇ ਜਾ ਰਹੇ ਹਨ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਖਡੂਰ ਸਾਹਿਬ ਵਿਖੇ ਪੜਾਅ ਕੀਤਾ, ਅਤੇ ਉੱਥੋਂ ਜਿਹੜਾ ਬਾਬਾ ਦਾਤੂ ਜੀ ਸਨ ਜਿਨ੍ਹਾਂ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੱਤ ਮਾਰੀ ਸੀ, ਤਾਂ ਉਸ ਸਮੇਂ ਤੋਂ ਹੀ ਉਹਨਾਂ ਦੀ ਲੱਤ ਵਿੱਚ ਦਰਦ ਹੁੰਦੀ ਆ ਰਹੀ ਸੀ। ਸੋ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਉੱਪਰ ਉਹਨਾਂ ਨੇ ਨਮਸਕਾਰ ਕੀਤੀ ਔਰ ਖਿਮਾ ਮੰਗੀ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਓ, ਉਸ ਸਮੇਂ ਤੋਂ ਹੀ ਮੇਰੇ ਚਰਨਾਂ ਵਿੱਚ ਮੇਰੇ ਪੈਰਾਂ ਵਿੱਚ ਦਰਦ ਹੁੰਦਾ ਹੈ। ਆਪ ਜੀ ਕਿਰਪਾ ਕਰਕੇ ਮੇਰੀ ਭੁੱਲ ਬਖਸ਼ਾਓ ਔਰ ਮੇਰਾ ਦਰਦ ਦੀ ਆਪ ਜੀ ਨਿਵਰਤੀ ਕਰੋ। ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਉੱਪਰ ਜਦੋਂ ਉਹਨਾਂ ਨੇ ਸੀਸ ਰੱਖਿਆ ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਤਾਂ ਉਹਦੇ ਸਾਰੇ ਦੁੱਖ ਦਰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੂਰ ਕੀਤੇ। ਸੋ ਇਸ ਤਰ੍ਹਾਂ ਉਸ ਫਿਰ ਖਡੂਰ ਸਾਹਿਬ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਾਲੇ ਪਾਏ ਔਰ ਆਪ ਜੀ ਮਹਾਰਾਜ ਪੈਦਲ ਆਉਂਦੇ ਰਹੇ। ਤਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਰ ਸੰਗਤਾਂ ਸਮੇਤ ਪਾਲਕੀ ਵਿੱਚ ਸੁਭਾਇਮਾਨ ਕਰਕੇ ਪਹਿਲੇ 4 ਗੁਰੂਆਂ ਦੀ ਸੈਂਚੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਆਏ। ਸੋ ਉੱਥੇ ਜੋ ਪਰਿਕਰਮਾ ਸੀ ਉਸ ਵਿੱਚ ਉਸ ਅਸਥਾਨ ਦੇ ਉੱਪਰ ਜਿੱਥੇ ਕਿ ਅੱਜ ਕੱਲ੍ਹ 68 ਤੀਰਥਾ ਹੈ ਅਤੇ ਜਿੱਥੇ ਕਿ ਦੁਖਭੰਜਨੀ ਬੇਰੀ ਹੈ ਉਸ ਦੇ ਪਾਸ ਹੀ ਉਹ ਅਸਥਾਨ ਹੈ ਜਿੱਥੇ 4 ਸੈਂਚੀਆਂ ਪਾਲਕੀ ਦੇ ਰੂਪ ਵਿੱਚ ਜੋ ਕਰਕੇ ਲੈ ਕਰਕੇ ਆਏ ਨੇ ਉਹਨਾਂ ਨੂੰ ਉੱਥੇ ਸੁਭਾਇਮਾਨ ਕੀਤਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਜਗ੍ਹਾ ਉੱਪਰ ਪਾਲਕੀਆਂ ਨੂੰ ਸੁਭਾਇਮਾਨ ਕੀਤਾ ਹੈ। ਤਾਂ ਕਰਕੇ ਉੱਥੇ ਫਿਰ ਮਹਾਰਾਜ ਜੀ ਨੇ ਆਖਿਆ ਕਿ ਭਾਈ ਸਾਰੀ ਰਾਤ ਇੱਥੇ ਅਖੰਡ ਕੀਰਤਨ ਕੀਤਾ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਅਖੰਡ ਕੀਰਤਨ ਕਰਵਾਇਆ
ਤੇ ਜਾਣੀ ਗੁਰਬਾਣੀ ਦਾ ਬਹੁਤ ਸਤਿਕਾਰ ਕੀਤਾ। ਮਹਾਰਾਜ ਜੀ ਨੇ ਉੱਥੇ ਸ਼ਬਦ ਵੀ ਉਚਾਰਨ ਕੀਤੇ ਹਨ, ਪੋਥੀ ਪਰਮੇਸ਼ਰ ਕਾ ਥਾਨ, ਕਿ ਜੋ ਇਹ ਪੋਥੀਆਂ ਹਨ ਇਹ ਪਰਮੇਸ਼ਰ ਦਾ ਥਾਨ ਹਨ, ਇਹ ਪਰਮੇਸ਼ਰ ਦਾ ਅਵਤਾਰ ਹਨ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਏ ਤਾਂ ਮਹਾਰਾਜ ਜੀ ਨੇ ਸਿੱਖਾਂ ਨਾਲ ਵਿਚਾਰ ਵਟਾਂਦਰਾ ਕੀਤੀ। ਆਪਣਾ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਜਿਹੜੇ ਗੁਰਸਿੱਖ ਪਿਆਰੇ ਸਨ, ਸੰਗਤਾਂ ਸਨ, ਉਹਨਾਂ ਨਾਲ ਵਿਚਾਰ ਕੀਤੀ ਕਿ ਭਾਈ ਹੁਣ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਨੀ ਹੈ, ਕਿਸ ਧਰਤੀ ਦੇ ਉੱਪਰ ਕਰੀਏ। ਜਗ੍ਹਾ ਦੀ ਭਾਲ ਕਰਨ ਲੱਗੇ ਤਾਂ ਸਭ ਤੋਂ ਰਮਣੀਕ ਅੱਛੀ ਜਗ੍ਹਾ ਜਿੱਥੇ ਕਿ ਅੱਜ ਕੱਲ੍ਹ ਗੁਰਦੁਆਰਾ ਰਾਮਸਰ ਸਾਹਿਬ ਹੈ, ਉਹ ਮਹਾਰਾਜ ਨੂੰ ਔਰ ਸਿੱਖਾਂ ਨੂੰ ਪਸੰਦ ਆਈ ਕਿ ਇਹ ਜਗ੍ਹਾ ਮਹਾਰਾਜ ਜੀ ਬਹੁਤ ਅੱਛੀ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਜਗ੍ਹਾ ਨੂੰ ਵਰ ਦਿੱਤਾ, ਨਿਤ ਪ੍ਰਤ ਨਹਾਵਣ ਰਾਮਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਸ਼ਬਦ ਦਾ ਉਚਾਰਨ ਕੀਤਾ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੇ ਉੱਥੇ ਕਨਾਤਾਂ ਲਗਵਾਈਆਂ, ਤੰਬੂ ਲਗਵਾਏ, ਚੰਦੋਆ ਤਣਵਾਇਆ ਮਹਾਰਾਜ ਜੀ ਨੇ। ਔਰ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਵਾਸਤੇ ਵੀ ਵੱਖਰਾ ਇੱਕ ਤੰਬੂ ਲਗਵਾਇਆ। ਸੋ ਮਹਾਰਾਜ ਜੀ ਨੇ ਫਿਰ ਕਲਮਾਂ, ਦਵਾਤ, ਸਿਆਹੀ ਦੀ, ਕਾਗਜ਼ ਦੀ ਸਾਰੀ ਮਹਾਰਾਜ ਜੀ ਨੇ ਤਿਆਰੀ ਕਰਵਾਈ। ਤੇ ਫਿਰ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਵਾ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਆਰੰਭ ਕਰਵਾਈ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਿਆਨ ਧਰਿਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ਼੍ਰੀ ਜਪਜੀ ਸਾਹਿਬ ਦਾ ਸਭ ਤੋਂ ਮੁੱਢ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ। ਸੋ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਲਿਖਾਉਣ ਤੋਂ ਬਾਅਦ ਫਿਰ ਉਸ ਤੋਂ ਉਪਰੰਤ ਰਹਿਰਾਸ ਸਾਹਿਬ ਦਾ ਪਾਠ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਅਤੇ ਕੀਰਤਨ ਸੋਹਿਲਾ ਦਾ ਉਚਾਰਨ ਕੀਤਾ। ਸੋ ਇਸ ਤਰ੍ਹਾਂ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਹਿਲੇ ਚਾਰ ਗੁਰੂਆਂ ਦੀ ਬਾਣੀ ਔਰ ਆਪਣੀ ਬਾਣੀ ਤਰਤੀਬ ਰੂਪ ਵਿੱਚ ਮਹਾਰਾਜ ਜੀ ਨੇ ਲਿਖਵਾਈ ਹੈ। ਸੋ ਇਸ ਤਰ੍ਹਾਂ ਕਰਕੇ ਫਿਰ ਮਹਾਰਾਜ ਜੀ ਨੇ 15 ਜੋ ਭਗਤ ਸਨ ਇਹਨਾਂ ਦੀ ਬਾਣੀ ਮਹਾਰਾਜ ਨੇ ਲਿਖਵਾਈ ਹੈ। 15 ਭਗਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ ਪ੍ਰਗਟ ਹੋਏ, ਮਹਾਰਾਜ ਜੀ ਨੂੰ ਨਮਸਕਾਰ ਕੀਤੀ 15 ਭਗਤਾਂ ਨੇ, ਅਤੇ ਉਹਨਾਂ ਦੀ ਬਾਣੀ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਵਾਈ। ਫਿਰ ਇਸ ਤਰ੍ਹਾਂ ਕਰਕੇ ਹੀ ਭੱਟਾਂ ਦੀ ਬਾਣੀ ਵੀ ਮਹਾਰਾਜ ਜੀ ਨੇ ਦਰਜ ਕਰਵਾਈ ਅਤੇ 4 ਗੁਰਸਿੱਖਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੇ ਸੰਸਕ੍ਰਿਤੀ ਦੀ ਬਾਣੀ ਵੀ ਦਰਜ ਕਰਵਾਈ, ਮਹਾਰਾਜ ਨੇ ਉਚਾਰਨ ਕੀਤੇ। ਸਾਰੀਆਂ ਬਾਣੀਆਂ ਮਹਾਰਾਜ ਨੇ ਇਸ ਤਰ੍ਹਾਂ ਕਰਵਾਈਆਂ। ਅਖੀਰ ਵਿੱਚ ਮਹਾਰਾਜ ਜੀ ਨੇ ਮੰਦਾਵਣੀ ਦੀ ਬਾਣੀ ਕਰਕੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸੁਧਾਰੋ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੇ ਉਚਾਰਨ ਕੀਤਾ। ਅਖੀਰ ਵਿੱਚ ਸਤਿਗੁਰ ਮਹਾਰਾਜ ਜੀ ਨੇ ਫਿਰ ਰਾਗਮਾਲਾ ਦੀ ਜੋ ਬਾਣੀ ਹੈ ਇਹ ਵੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਵਾਈ। ਸੋ ਇਹ 5 ਗੁਰੂਆਂ ਦੀ ਬਾਣੀ ਜੋ ਹੈ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਔਰ ਗੁਰਸਿੱਖਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਵਾ ਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨ ਰੂਪ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨਾ ਕਰਵਾਈ ਸੀ। ਸੋ ਜੋ ਅਸੀਂ ਅੱਜ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸੀਂ ਸਰੂਪ ਗੁਰੂ ਘਰਾਂ ਵਿੱਚ ਦੇਖਦੇ ਹਨ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਚਾੜ੍ਹ ਕਰਕੇ ਅਤੇ ਇਹ ਮਹਾਰਾਜ ਜੀ ਨੇ ਤਿਆਰ ਕਰਵਾਇਆ ਸੀ। ਸੋ ਇਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ, ਜਿਸ ਦੇ ਕਿ ਅੰਗ 1430 ਹਨ। ਇਸ ਵਿੱਚ ਜਾਣੀ 6 ਗੁਰੂਆਂ ਦੀ ਬਾਣੀ ਹੈ ਅਤੇ 31 ਰਾਗ ਹਨ। ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਜਾਣੀ ਜੋ ਇਹ ਲਿਖਵਾਈ ਸੀ, ਮਹਾਰਾਜ ਜੀ ਨੇ ਸੰਪਾਦਨਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਉਸ ਵਿੱਚ 30 ਰਾਗ ਹਨ ਅਤੇ 5 ਗੁਰੂਆਂ ਦੀ ਬਾਣੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਸਾਰੀ ਤਿਆਰੀ ਕਰਵਾਈ ਅਤੇ ਉਸ ਤੋਂ ਉਪਰੰਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵਿਚਾਰ ਕਰਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਬਿਆਂ ਦੇ ਵਿੱਚ ਕਿਹਨੂੰ ਬਿਠਾਇਆ ਜਾਵੇ, ਜਾਣੀ ਪਹਿਲਾ ਮੁੱਖ ਗ੍ਰੰਥੀ ਕਿਸ ਨੂੰ ਥਾਪਿਆ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਅੰਤਰਜਾਮੀ ਨੇ ਜਾਣੀ ਜਾਣ ਹਨ। ਮਹਾਰਾਜ ਜੀ ਨੇ ਦੇਖਿਆ ਕਿ ਬਾਬਾ ਬੁੱਢਾ ਜੀ ਤੋਂ ਮਹਾਨ ਕੋਈ ਸਿੱਖ ਨਹੀਂ, ਜਿਨ੍ਹਾਂ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਜਾਣੀ ਸਾਰੇ ਗੁਰੂਆਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਔਰ ਉਹਨਾਂ ਨਾਲ ਆਪਣਾ ਜੀਵਨ ਬਤੀਤ ਕੀਤਾ ਹੈ, ਅਤੇ ਬਾਬਾ ਬੁੱਢਾ ਜੀ ਨੂੰ ਜਾਣੀ ਹੈੱਡ ਗ੍ਰੰਥੀ ਥਾਪਿਆ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬਾਬਾ ਬੁੱਢਾ ਜੀ
ਜਦੋਂ ਕਿ 12 ਸਾਲ ਦੀ ਉਮਰ ਸਨ ਉਸ ਸਮੇਂ ਆਏ ਸਨ। ਸੋ 125 ਸਾਲ ਦੀ ਉਮਰ ਬਾਬਾ ਬੁੱਢਾ ਜੀ ਨੇ ਬਤੀਤ ਕੀਤੀ ਹੈ। ਤੋ ਇਤਨਾ ਲੰਬਾ ਸਮਾਂ ਬਾਬਾ ਬੁੱਢਾ ਜੀ ਨੇ ਗੁਰਸਿੱਖੀ ਜੀਵਨ ਬਤੀਤ ਕੀਤਾ ਹੈ। 6ਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਬਾਬਾ ਬੁੱਢਾ ਜੀ ਮਹਾਰਾਜ ਜੀ ਰਹੇ ਹਨ। ਸੋ ਇਸ ਤਰ੍ਹਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰਿਆ ਹੈ ਕਿ ਬਾਬਾ ਬੁੱਢਾ ਜੀ ਨੂੰ ਪਹਿਲਾ ਹੱਡ ਗ੍ਰੰਥੀ ਥਾਪਿਆ ਜਾਵੇ। ਸੋ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਆਪਣੇ ਸੀਸ ਉੱਪਰ ਲੈ ਕਰਕੇ ਜਾਵੋਗੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਹੈ। ਉਸ ਜਗ੍ਹਾ ਉੱਪਰ ਆਪ ਜੀ ਆਪਣੇ ਸੀਸ ਉੱਪਰ ਲੈ ਕਰਕੇ ਅਸੀਂ ਨੰਗੇ ਪੈਰੀਂ ਚੌਰ ਕਰਦੇ ਜਾਵਾਂਗੇ। ਸੋ ਇਹ ਸਾਰੀ ਮਹਾਰਾਜ ਜੀ ਨੇ ਤਿਆਰੀ ਕਰਵਾਈ। ਸਿੱਖਾਂ ਵਿੱਚ ਹੋਰ ਬੇਨਤੀਆਂ ਕੀਤੀਆਂ ਗਈਆਂ ਕਿ ਭਾਈ ਹੁੰਮ ਹਮਾ ਕੇ ਸੰਗਤਾਂ ਪਹੁੰਚਣ। ਤੋ ਸੰਗਤਾਂ ਬੜੇ ਚਾਅ ਨਾਲ ਰਸਤੇ ਸਾਫ਼ ਕਰਦੀਆਂ ਨੇ ਅਤੇ ਚੰਦਨ ਵਗੈਰਾ ਛਿੜਕਦੀਆਂ ਹਨ। ਫੁੱਲਾਂ ਦੀਆਂ ਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਸਤਰ ਹੋਰ ਭੇਟ ਕਰਦੀਆਂ ਨੇ। ਸੋ ਇਸ ਤਰ੍ਹਾਂ ਕਰਕੇ ਅਤੇ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾਈ ਅਤੇ ਬਾਬਾ ਬੁੱਢਾ ਜੀ ਨੂੰ ਹੱਡ ਗ੍ਰੰਥੀ ਥਾਪਿਆ। ਸੋ ਇਸ ਤਰ੍ਹਾਂ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਫਿਰ ਬਾਬਾ ਬੁੱਢਾ ਜੀ ਆਪਣੀ ਸੀਸ ਉੱਪਰ ਸਵਾਇਮਾਨ ਕਰਕੇ ਲੈ ਕਰਕੇ ਆਏ। ਸੋ ਮਹਾਰਾਜ ਜੀ ਨੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਾਮਸਰ ਸਾਹਿਬ ਬੈਠਿਆਂ ਇੱਕ ਦਿਨ ਭਰੇ ਦੀਵਾਨ ਵਿੱਚ ਇਹ ਬਚਨ ਕਹੇ ਸਨ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਾ ਦਰਸੈ ਹੈ। ਗ੍ਰੰਥ ਹਿਰਦਾ ਗੁਰ ਕੋਇ ਜਾਨੋ ਉਤਮ ਹੈ ਸਭ ਕਾਲ ਰਹਿ ਹੈ। ਮੇਰੇ ਸਰੂਪ ਤੇ ਜਾਨਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ। ਪੂਜੋ ਚੰਦਨ ਕੇਸਰ ਕੋ ਘਸ ਧੂਪ ਦੁਖਾਏ ਕੈ ਫੂਲ ਚੜ੍ਹੈ ਹੈ। ਮਹਾਰਾਜ ਜੀ ਨੇ ਆਖਿਆ ਕਿ ਜੋ ਸਾਡਾ ਸਰੀਰ ਹੈ ਇਹ ਸਭ ਥਾਵਾਂ ਦੇ ਉੱਪਰ ਦਰਸ਼ਨ ਨਹੀਂ ਇਸਦੇ ਹੋ ਸਕਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਭ ਥਾਂ ਦੇ ਉੱਪਰ ਦਰਸ਼ਨ ਹੋ ਸਕਦੇ ਹਨ। ਅੱਜ ਵੀ ਆਪਾਂ ਦੇਖਦੇ ਹਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੇਕਿਨ ਜੋ ਹੋਰ ਵੀ ਇਤਿਹਾਸਕ ਗੁਰਦੁਆਰੇ ਹਨ ਜੋ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਗੁਰੂ ਘਰ ਹਨ ਉਹਨਾਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਸੋ ਉੱਥੇ ਵੀ ਸੰਗਤਾਂ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹਨ। ਭਾਵ ਕਿ ਹਰ ਸਮੇਂ ਸਭ ਥਾਨਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਮਹਾਰਾਜ ਨੇ ਆਖਿਆ ਇਸ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਹਿਰਦਾ ਜਾਣੋ। ਇਹ ਸਭ ਤੋਂ ਉੱਤਮ ਹਨ ਅਤੇ ਮੇਰਾ ਰੂਪ ਤੋਂ ਵੀ ਇਸ ਨੂੰ ਤੁਸੀਂ ਦੀਰਘ ਕਰਕੇ ਜਾਣੋ ਅਤੇ ਇਸ ਦਾ ਤੁਸੀਂ ਬਹੁਤ ਜ਼ਿਆਦਾ ਅਦਬ ਸਤਿਕਾਰ ਕਰੋ। ਇਸ ਦੀ ਪੂਜਾ ਕਰੋ, ਚੰਦਨ ਕੇਸਰ ਵਗੈਰਾ ਦਾ ਛਿੜਕਾਓ ਕਰੋ। ਸੋ ਇਸ ਤਰ੍ਹਾਂ ਕਰਕੇ ਧੂਪ ਦਿਖਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਵਿੱਚ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਮਹਾਰਾਜ ਨੇ ਆਖਿਆ ਕਿ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨ ਰੂਪ ਵਿੱਚ ਤੁਸੀਂ ਸਤਿਕਾਰ ਕਰਿਆ ਕਰੋ ਭਾਈ। ਸੋ ਇਸ ਤਰ੍ਹਾਂ ਕਰਕੇ ਜਦੋਂ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਹੈੱਡ ਗ੍ਰੰਥੀ ਥਾਪਿਆ ਤਾਂ ਗ੍ਰੰਥੀ ਦੀ ਸੇਵਾ ਲਈ ਜਾਣੀ ਨਿਯੁਕਤ ਕੀਤਾ ਬਾਬਾ ਬੁੱਢਾ ਜੀ ਨੂੰ। ਅਤੇ ਬਾਬਾ ਬੁੱਢਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕਰਕੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ ਤਾਂ ਹੋਰ ਢੋਲ ਨਗਾਰੇ ਨਫੀਰੀਆਂ ਸੋ ਵੱਜਦੀਆਂ ਆ ਰਹੀਆਂ ਹਨ ਅਤੇ ਸ਼ੰਖਾਂ ਦੀ ਆਵਾਜ਼ ਆ ਰਹੀ ਹੈ। ਸੋ ਬਾਬਾ ਬੁੱਢਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੇ ਹਨ। ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਕਿ ਬਾਬਾ ਬੁੱਢਾ ਜੀ ਹੁਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਸੁਣਾਓ। ਬੁੱਢਾ ਸਾਹਿਬ ਖੋਲ੍ਹੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਇਹ ਬਾਬਾ ਬੁੱਢਾ ਜੀ ਹੁਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰੋ ਅਤੇ ਆਪ ਜੀ ਹੁਕਮਨਾਮਾ ਲਵੋ ਤਾਂ ਕਰਕੇ ਸਾਰਾ ਜੋ ਪੰਥ ਹੈ ਜੋ ਸਿੱਖ ਜਗਤ ਹੈ ਇਸ ਨੂੰ ਸੁਣੇ। ਸੋ ਬਾਬਾ ਬੁੱਢਾ ਜੀ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਆਦਬ ਸੰਗ ਤਬ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ। ਅਦਬ ਸਹਿਤ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੈ। ਸੋ ਉਸ ਵਿੱਚੋਂ ਜੋ ਆਵਾਜ਼ਾਂ ਆਇਆ ਹੈ ਜਾਣੀ ਹੁਕਮਨਾਮਾ ਆਇਆ ਹੈ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਆਇਆ ਸੀ। ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਜੋ ਹੁਕਮਨਾਮਾ ਉਸ ਸਮੇਂ ਜੋ ਕਿ ਪਹਿਲਾ ਹੁਕਮਨਾਮਾ ਹੈ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਆਇਆ ਹੈ। ਸੋ ਉਸ ਤੋਂ ਉਪਰੰਤ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਕਿ ਬਾਬਾ ਜੀ ਹੁਣ ਤੁਸੀਂ ਜਪਜੀ ਸਾਹਿਬ ਦਾ ਪਾਠ ਸੁਣਾਓ ਸਾਰੀਆਂ ਸੰਗਤਾਂ ਨੂੰ। ਸੇ ਫਿਰ ਬਾਬਾ ਬੁੱਢਾ ਜੀ ਨੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣਾਇਆ। ਸੋ ਸਾਰੀਆਂ ਸੰਗਤਾਂ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ, ਅਰਦਾਸ ਬੇਨਤੀ ਹੋਈ ਅਤੇ ਆਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੰਗਤਾਂ ਵਿੱਚ ਸੁਭਾਇਮਾਨ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉੱਚੇ ਸਥਾਨ ਦੇ ਉੱਪਰ ਪ੍ਰਕਾਸ਼ ਕੀਤਾ ਗਿਆ। ਸੋ ਅਰਦਾਸਾਂ ਹੋਣ ਤੋਂ ਬਾਅਦ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਗਈਆਂ। ਸਾਰੀਆਂ ਸੰਗਤਾਂ ਖੁਸ਼ੀ ਨਾਲ ਆਪਣੇ ਆਪਣੇ ਘਰਾਂ ਨੂੰ ਗਈਆਂ। ਸੋ ਇਸ ਤਰ੍ਹਾਂ ਕਰਕੇ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ। ਮਹਾਰਾਜ ਜੀ ਨੇ ਬਚਨ ਕੀਤੇ ਤੇ ਸ਼੍ਰੀ ਗੁਰੂ ਕਹਿਓ ਪ੍ਰਭੂ ਦਰਬਾਰਾ, ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ, ਪਰਮੇਸ਼ਰ ਦਾ ਹੀ ਅਵਤਾਰ ਹੈ। ਇਸ ਨੂੰ ਪਰਮੇਸ਼ਰ ਜਾਣ ਕੇ, ਯਾਨੀ ਗੁਰ ਪਰਮੇਸ਼ਰ ਜਾਣ ਕੇ ਇਸ ਦੀ ਆਪ ਜੀ ਸੇਵਾ ਕਰੋ ਔਰ ਪਾਠ ਕਰੋ, ਬਾਣੀ ਪੜ੍ਹੋ, ਨਾਮ ਜਪੋ ਅਤੇ ਗੁਰੂ ਦੇ ਦੱਸੇ ਹੋਏ ਆਪ ਜੋ ਉਪਦੇਸ਼ ਨੇ ਉਸ ਨੂੰ ਕਮਾਉਣਾ ਕਰੋ। ਸੋ ਮਹਾਰਾਜ ਨੇ ਸਾਰੀ ਮਰਿਆਦਾ ਦੱਸੀ ਕਿ ਜਦੋਂ ਰਾਤ ਪਏਗੀ, ਜਦੋਂ 1.5 ਜਾਮ ਜਾਣੀ ਰਹਿ ਜਾਏਗੀ ਰਾਤ, ਉਸ ਸਮੇਂ ਤੁਸੀਂ ਕੀਰਤਨ ਸੋਹਲੇ ਦਾ ਪਾਠ ਕਰਕੇ ਫਿਰ ਤੁਸੀਂ ਇਸ ਨੂੰ ਕੋਠਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਜੀ ਨੇ ਸੁਖਾਸਣ ਕਰਨਾ ਹੈ। ਅਤੇ ਜਿੱਥੇ ਕਿ ਅਸੀਂ ਆਪ ਵਿਸ਼ਰਾਮ ਕਰਦੇ ਸਨ, ਉਸ ਪਲੰਘਾਂ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਬਾ ਬੁੱਢਾ ਜੀ ਨੂੰ ਆਖਿਆ ਕਿ ਤੁਸੀਂ ਉਸ ਅਸਥਾਨ ਦੇ ਉੱਪਰ ਸੁਖਾਸਣ ਕਰਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਇਸ ਤਰ੍ਹਾਂ ਕਰਕੇ ਬਾਬਾ ਬੁੱਢਾ ਜੀ ਇਸੇ ਤਰ੍ਹਾਂ ਹੀ ਮਰਿਆਦਾ ਕਰਦੇ ਰਹੇ। ਅਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਸ ਸਮੇਂ ਪ੍ਰਕਾਸ਼ ਕਰਨਾ ਹੈ। ਸੋ ਜਦੋਂ ਸੁਖਾਸਣ ਹੋ ਜਾਣਾ ਹੈ ਉਸ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਜਲ ਦੇ ਨਾਲ ਧੋਣਾ ਹੈ ਔਰ ਸਾਰੀ ਸਾਫ ਸਫਾਈ ਕਰਨੀ ਹੈ। ਅੱਜ ਵੀ ਸੰਗਤਾਂ ਬੜੇ ਉਦਮ ਅਤੇ ਉਤਸ਼ਾਹ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਰੋਜ਼ਾਨਾ ਉਸੇ ਤਰ੍ਹਾਂ ਹੀ ਧੋਂਦੀਆਂ ਹਨ। ਜੋ ਮਰਿਆਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਬਖਸ਼ਿਸ਼ ਕੀਤੀ ਸੀ, ਅੱਜ ਵੀ ਉਹੀ ਮਰਿਆਦਾ ਚੱਲਦੀ ਆ ਰਹੀ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, 2 ਘੜੀਆਂ ਜਦੋਂ ਰਾਤ ਦੀਆਂ ਰਹਿ ਜਾਂਦੀਆਂ ਹਨ, ਤਾਂ ਉਸ ਸਮੇਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸਰੂਪ ਹੈ ਉਹ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਲੈ ਕਰਕੇ ਲਿਆ ਜਾਂਦਾ ਹੈ। ਸੋ ਫਿਰ ਉਸ ਤੋਂ ਬਾਅਦ ਸੁਖਾਸਣ ਕਰਕੇ ਫਿਰ ਕੋਠਾ ਸਾਹਿਬ ਵਿੱਚ ਲੈ ਕਰਕੇ ਜਾਂਦੇ ਹਨ। ਇਹ ਰੋਜ਼ਾਨਾ ਦੀ ਮਰਿਆਦਾ ਚੱਲਦੀ ਹੈ। ਸੋ ਮਹਾਰਾਜ ਨੇ ਆਖਿਆ ਸੀ, ਤਹਾਂ ਨਿਵਾਸ ਗ੍ਰੰਥ ਕੋ ਕੀਨੋ, ਸ਼੍ਰੀ ਗੁਰ ਪੂਤਲ ਨਿਕਟ ਅਸੀਨੋ। ਅਤੇ ਉਸ ਅਸਥਾਨ ਦੇ ਉੱਪਰ ਜਾਣੀ ਕੋਠਾ ਸਾਹਿਬ ਦੇ ਉੱਪਰ ਮਹਾਰਾਜ ਜੀ ਨੇ ਜਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਣ ਕਰਵਾਇਆ। ਅਤੇ ਆਪ ਗੁਰੂ ਜੀ ਭੂਤਲ ਤੋਂ ਭਾਵ ਹੁੰਦਾ ਕਿ ਭੂ ਦੇ ਤਲ ਦੇ ਉੱਪਰ, ਭਾਵ ਕਿ ਧਰਤੀ ਦੇ ਤਲ ਦੇ ਉੱਪਰ ਨਿਕਟ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਥੇ ਆਸੀਨੋਂ ਭਾਵ ਕਿ ਉੱਥੇ ਆਪਣਾ ਆਸਣ ਲਾ ਲੈਂਦੇ ਸਨ। ਸੋ ਮਹਾਰਾਜ ਜੀ ਜਾਣੀ ਭੁੰਜੇ ਹੀ ਵਿਸ਼ਰਾਮ ਕਰਿਆ ਕਰਦੇ ਸਨ। ਸੋ ਇਤਨਾ ਜਾਣੀ ਜ਼ਿਆਦਾ ਸਤਿਕਾਰ ਕਰਦੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਤੱਖ ਵਾਹਿਗੁਰੂ ਦਾ ਰੂਪ ਹੋਣ ਦੇ ਬਾਵਜੂਦ ਵੀ ਆਪਣੀ ਇਤਨੀ ਨਿਮਰਤਾ ਰੱਖਦੇ ਸਨ। ਤਾਂ ਸਾਨੂੰ ਵੀ ਭਾਈ ਅਸੀਂ ਨਿਮਰਤਾ ਰੱਖਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸੋ ਸਮੂਹ ਸਾਧ ਸੰਗਤਾਂ ਨੂੰ ਭਾਈ ਬਹੁਤ ਵਧਾਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ। ਸੋ ਭਾਈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨੀਏ ਔਰ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਹੋਏ ਉਪਦੇਸ਼ਾਂ ਪਰ ਅਸੀਂ ਚੱਲੀਏ। ਸਾਡਾ ਵੀ ਲੋਕ ਅਤੇ ਪਰਲੋਕ ਸੁਹੇਲਾ ਹੋ ਜਾਵੇ। ਸੋ ਬੋਲਦਿਆਂ ਹੋਇਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਅਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਹਨ। ਸਮੂਹ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਅੱਗੋਂ ਵਾਸਤੇ ਮਹਾਰਾਜ ਸਮੱਤ ਬਖਸ਼ਣ ਜੀ। ਸਾਰੀਆਂ ਸੰਗਤਾਂ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।